ਆਰਮੀ ਤੇ ਚੱਲੇ ਪੂਰਾ ਮਿਸ਼ਨ ਹੈਗਾ ਵਾ ਔਰ ਪੂਰਾ ਮਿਸ਼ਨ ਤਿਆਰ ਹੈਗਾ ਇਸ ਟਾਈਮ ਪੂਰੀ ਗੱਡੀ ਦਾ ਜਿਹੜੀਆਂ ਕਿ ਜਾ ਰਹੀਆਂ ਫੋਰਸਾਂ ਤਿਆਰ ਆ। एक डंडे ਦੇ ਵਿੱਚ 10 ਡੱਬੀਆਂ ਹੁੰਦੀਆਂ ਨੇ ਉਸ ਹਿਸਾਬ ਨਾਲ ਹੈ ਕੋਈ 10 ਤੋਂ 15000 ਜਿਹਦੀ ਮਾਲੀਅਤ ਬਣਦੀ ਹੈ ਕੋਈ 50 ਲੱਖ ਉੱਤੇ ਜਿਹੜੀ। अस्सलाम वालेकुम, मैं मौज़म जट ते तुसी वेख रहे हो जुर्म कहानी। ਅੱਜ ਦੀ ਜੁਰਮ ਕਹਾਣੀ ਦੇ ਵਿੱਚ ਪੀਰਾ ਫੋਰਸ ਇੱਕ ਵੱਡਾ ਰੇਡ ਕਰਨ ਚੱਲੀ ਔਰ ਇਹਦੇ ਵਿੱਚ ਕੀ ਰੇਡ ਹੋਏਗਾ ਸਾਡੇ ਨਾਲ ਇੰਚਾਰਜ ਇਨਵੈਸਟੀਗੇਸ਼ਨ ਹਮਜ਼ਾ ਸ਼ਬੀਰ ਭਾਈ ਮੌਜੂਦ ਨੇ। ਹਮਜ਼ਾ ਭਾਈ ਜ਼ਰਾ ਦੱਸਿਓ ਕਿ ਅੱਜ ਕਿਹੜੀ ਵੱਡੀ ਕਾਰਵਾਈ ਤੇ ਚੱਲੇ, ਪੂਰੀਆਂ ਫੋਰਸਾਂ 'ਚ ਰੈਡੀ ਨੇ, ਫੈਸਲਾਬਾਦ ਕਿਹੜੀ ਅੱਜ ਵੱਡੀ ਕਾਰਵਾਈ ਕਰ ਰਹੇ ਹੋ? ਮੌਜ਼ਮ ਭਾਈ ਇਹ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਜਿਹੜੀ ਅੱਜ ਕਾਰਵਾਈ ਤੇ ਜਾ ਰਹੇ ਹਾਂ, ਲੇਕਿਨ ਤੁਹਾਨੂੰ ਸਰਪ੍ਰਾਈਜ਼ ਮਿਲੇਗਾ ਕਿਸ ਟਾਈਮ ਅਸੀਂ ਆਵਾਂਗੇ ਕਾਰਵਾਈ ਕਰਕੇ ਤੁਸੀਂ ਦੇਖੋਗੇ ਕਿ ਕਾਰਵਾਈ ਅੱਜ ਹੋਈ ਹੈ। ਲੋ ਜਨਾਬ ਇਹ ਅੱਜ ਵੱਡੀ ਕਾਰਵਾਈ ਤੇ ਚੱਲੇ ਪੂਰਾ ਮਿਸ਼ਨ ਹੈਗਾ ਵਾ ਔਰ ਪੂਰਾ ਮਿਸ਼ਨ ਤਿਆਰ ਹੈਗਾ ਇਸ ਟਾਈਮ ਪੂਰੀ ਗੱਡੀ ਦਾ ਜਿਹੜੀਆਂ ਕਿ ਜਾ ਰਹੀਆਂ ਫੋਰਸਾਂ ਤਿਆਰ ਆ ਔਰ ਬਹਿ ਕੇ ਚੱਲੀਆਂ ਇਹ ਉਹ ਫੋਰਸਾਂ ਨੇ ਕਿਉਂਕਿ ਅੱਜ ਇਹਨਾਂ ਨੇ ਫੈਸਲਾਬਾਦ ਵਿੱਚ ਵੱਡੀ ਕਾਰਵਾਈ ਕਰਨੀ ਹੈ। ਕਿਹੜੀ ਕਾਰਵਾਈ ਕਰਾਂਗੇ ਅਸੀਂ ਜਨਾਬ ਇੱਕੋ ਜਿਹੇ ਟਾਈਮ ਤੱਕ ਅਸੀਂ ਵੇਖਾਂਗੇ ਕਿ ਕੀ ਕਾਰਵਾਈ ਕਰਦੇ ਹੈਗੇ ਕਿਉਂਕਿ ਅੱਜ ਫੈਸਲਾਬਾਦ ਦੇ ਵਿੱਚ ਇਹਨਾਂ ਨੇ ਇੱਕ ਵੱਡਾ ਰੇਡ ਕਰਨਾ ਵਾ। मैं इस वेले पीरा फोर्स के ऑफिस में मौजूद हाँ और मेरे को इस टाइम ये वो सीटां ने जिहड़ियां नॉन कस्टम ने इन्हां दी जनाब तकरीबन कोई हज़ारां तादाद दे विच डब्बियां वा और यह बाहरों जनाब समगलिंग होके ते पाकिस्तान आईयां। पाकिस्तान आने तो बाद फैसलाबाद आईयां ते फैसलाबाद जनाब ये मुख्तलिफ इन्हां दे नाम है नाम ब्रांड तो मैं नाम दसना नहीं चाहता, लेकिन सिगरेट के उत्ते एक बड़ा भैड़ा निशान भी बनया वा। अगर तुसीं पीओगे तुहानूं कैंसर भी हो सकता, बड़ा वड्डा कैंसर। खैर पीनी तो नहीं चाहिए। ਇਹਦੇ ਵਿੱਚ ਜਨਾਬ ਮੁxtਲਿਫ ਬ੍ਰਾਂਡ ਹੈਗੇ ਆ, ਇਹ ਕੋਈ ਹੋਰ ਬ੍ਰਾਂਡ ਹੈਗਾ ਵਾ ਉਹ ਹੋਰ ਬ੍ਰਾਂਡ ਆ, ਲੇਕਿਨ ਇਹਦੇ ਤੁਸੀਂ ਤਾਦਾਦ ਵੇਖੋ ਨਾ ਕਿੰਨਾ ਢੇਰ ਲੱਗੇ ਪਏ ਹੈਗੇ ਡੱਬੀਆਂ ਮਤਲਬ ਜਿਹੜੇ ਪਾਸੇ ਵੇਖੋ ਕੋਈ ਹਜ਼ਾਰਾਂ ਤਾਦਾਦ ਦੇ ਵਿੱਚ ਡੱਬੀਆਂ ਹੈਗੀਆਂ ਵਾ ਜਿਹੜੀਆਂ ਕਿ ਇਹ ਪੀਰਾ ਫੋਰਸ ਨੇ ਫੈਸਲਾਬਾਦ ਦੇ ਵਿੱਚ ਕਾਰਵਾਈ ਕੀਤੀ ਹੈਗੀ ਆ ਔਰ ਇਹ ਬੜੀ ਚੰਗੀ ਕਾਰਵਾਈ। ਅਗਰ ਇਸ ਤਰ੍ਹਾਂ ਕਾਰਵਾਈ ਹੁੰਦੀ ਰਹੇ ਤੇ ਫੈਸਲਾਬਾਦ ਦੇ ਵਿੱਚ ਕੋਈ ਵੀ ਜਿਹੜੇ ਨੌਨ ਕਸਟਮ ਆ ਉਹ ਚੀਜ਼ਾਂ ਨਹੀਂ ਵੇਚ ਸਕਦਾ। ਅਗਰ ਕਿਤੇ ਵਿਕਦੀ ਆ ਤੁਸੀਂ ਵੀ ਪੀਰਾ ਫੋਰਸ ਦਾ ਨੰਬਰ ਹੈਗਾ ਤੁਸੀਂ ਉਹਦੇ ਤੇ ਕਾਰਵਾਈ ਕਰੋ ਜਾਂ ਪੀਰਾ ਫੋਰਸ ਦੇ ਆਫਿਸ ਜਾ ਕੇ ਤੁਸੀਂ ਉਹਦੀ ਕੰਪਲੇਨ ਕਰ ਸਕਦੇ ਜੇ। ਔਰ ਪੀਰਾ ਫੋਰਸ ਫੈਸਲਾਬਾਦ ਬੜੀ ਮੁਤਹਰਕ ਅੱਜਕੱਲ ਬੜੀਆਂ ਕਾਰਵਾਈਆਂ ਕਰਦੀ ਪਈ ਆ, ਜਿਸ ਤਰ੍ਹਾਂ ਤੁਹਾਨੂੰ ਪਤਾ ਇਨਕਰੋਚਮੈਂਟ ਦੇ ਖਿਲਾਫ ਰਮਜ਼ਾਨ ਦੇ ਵਿੱਚ ਬੜੀ ਚੰਗੀ ਕਾਰਵਾਈ ਕੀਤੀ। ਉਸ ਤੋਂ ਬਾਅਦ ਹੁਣ ਜਿਹੜੀਆਂ ਸਿਗਟਾਂ ਸੀਗੀਆਂ ਕਿ ਇਤਲਾਹ ਮਿਲੀ ਕਿ ਨੌਨ ਕਸਟਮ ਸਿਗਟਾਂ ਇੱਥੇ ਵਿਕਦੀਆਂ ਪਈਆਂ ਵਾ, ਇੱਥੇ ਸਰ ਤੁਸੀਂ ਕਾਰਵਾਈ ਕਰੋ ਤੇ ਤੁਸੀਂ ਇੱਥੋਂ ਫੜ ਸਕਦੇ ਜੇ। ਤੇ ਬਿਲਕੁਲ ਇਹਨਾਂ ਨੇ ਪੂਰੀ ਕਾਰਵਾਈ ਕੀਤੀ, ਕਾਰਵਾਈ ਕਰਕੇ ਸਿਗਟਾਂ ਵਾਲੀ ਦੁਕਾਨ ਤੇ ਗਏ। ਮੁਖਤਲਿਫ ਇੱਕ ਜਗ੍ਹਾ ਤੋਂ ਤਾਂ ਨਹੀਂ ਫੜੀਆਂ ਗਈਆਂ ਕਿਉਂਕਿ ਇਹਨਾਂ ਦੇ ਕਾਫੀ ਜ਼ਿਆਦਾ ਡੱਬੇ ਹੈਗੇ ਜਿਨ੍ਹਾਂ ਦੇ ਪੂਰਾ ਮੈਂ ਕਹਿੰਦਾ ਆਫਿਸ ਦਫ਼ਤਰ ਹੀ ਭਰਿਆ ਪਿਆ ਵਾ ਜਿੱਥੇ ਸਾਰੀਆਂ ਦੀ ਸਾਰੀਆਂ ਡੱਬੀਆਂ ਹੈਗੀਆਂ ਔਰ ਇਹ ਫੜੀਆਂ ਵਾ। ਫੜ ਕੇ ਬੜੀ ਹੀ ਚੰਗੀ ਕਾਰਵਾਈ ਆ ਤੇ ਕਿੰਜ ਕਾਰਵਾਈ ਹੋਈ ਸਾਰੀ ਅਸੀਂ ਗੱਲਬਾਤ ਕਰਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਕਿੰਜ ਸਾਰੀ ਕਾਰਵਾਈ ਕੀਤੀ। ਫੈਸਲਾਬਾਦ ਪੀਰਾ ਫੋਰਸ ਨੇ ਨੌਨ ਕਸਟਮ ਸਿਗਟਾਂ ਜਿਹੜੀਆਂ ਫੜੀਆਂ ਨੇ 50 ਲੱਖ ਤੋਂ ਜ਼ਿਆਦਾ ਇਹਨਾਂ ਦੀ ਮਾਲੀਅਤ ਦੱਸੀ ਜਾਂਦੀ ਆ ਔਰ ਇਹ ਕਿੰਜ ਸਾਰੀ ਕਾਰਵਾਈ ਹੋਈ ਆ। ਸਾਡੇ ਨਾਲ ਹਮਜ਼ਾ ਸ਼ਬੀਰ ਭਾਈ ਮੌਜੂਦ ਨੇ ਇੰਚਾਰਜ ਇਨਵੈਸਟੀਗੇਸ਼ਨ ਨੇ। ਹਮਜ਼ਾ ਭਾਈ ਜ਼ਰਾ ਦੱਸਿਓ ਕਿਉਂਕਿ ਬੜੀ ਵੱਡੀ ਹੈ ਤੁਹਾਡੀ ਕਾਰਵਾਈ ਹੈਗੀ ਆ ਜਿਹੜੀ ਨੌਨ ਕਸਟਮ ਸਿਗਟਾਂ ਇੱਥੇ ਵਿਕਦੀਆਂ ਪਈਆਂ ਸੀਗੀਆਂ, ਹਾਲਾਂਕਿ ਹੋਰ ਵੀ ਅਦਾਰੇ ਨੇ ਲੇਕਿਨ ਤੁਸੀਂ ਅਦਾਰਿਆਂ ਦੇ ਵਿੱਚੋਂ ਚੰਗੀ ਕਾਰਵਾਈ ਕੀਤੀ ਹੈ। ਇਹ ਕਿੰਜ ਸਾਰੀ ਕਹਾਣੀ ਸ਼ੁਰੂ ਹੁੰਦੀ ਤੇ ਕਿੰਜ ਤੁਸੀਂ ਇਹ ਵੱਡੀ ਕਾਰਵਾਈ ਕਰਦੇ? ਵੇਖੋ ਜੀ ਅਸੀਂ ਇਹ ਤਕਰੀਬਨ ਸਾਡਾ ਕੁਝ ਹੈ ਅੱਜ ਦੀ ਜਿਹੜੀ ਕਾਰਵਾਈ ਹੈ ਸਾਡੀ ਇਹ ਇੱਕ ਦਿਨ ਦੀ ਕਾਰਵਾਈ ਨਹੀਂ ਹੈ। ਤਕਰੀਬਨ 2-3 ਹਫ਼ਤਿਆਂ ਤੋਂ ਅਸੀਂ ਆਪਣੇ ਬੰਦੇ ਸਿਵਲ ਭੇਜੇ हैं ਜਿਨ੍ਹਾਂ ਸਾਨੂੰ ਮੁਖਬਰੀ ਦਿੱਤੀ ਹੈ ਜਿਨ੍ਹਾਂ ਵਿੱਚ ਵੱਡਾ ਕ੍ਰੈਡਿਟ ਜਾਂਦਾ ਹੈ ਸਰਜੈਂਟ ਬਿਲਾਲ ਨੂੰ ਨਾਲ ਇਤਸ਼ਾਮ ਨੂੰ। ਇਹਨਾਂ ਹਫ਼ਤਾ ਡੇਢ ਟਰੈਕੀ ਕੀਤੀ ਹੈ। ਉਹਦੇ ਬਾਅਦ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਇਹਨਾਂ ਸਾਨੂੰ ਦੱਸਿਆ ਕਿ ਫਲਾਂ ਕੰਟੇਨਰ ਆ ਗਿਆ ਤੁਸੀਂ ਫਿਰ ਆ ਜਾਓ। ਫਿਰ ਅਸੀਂ ਆਪਣੇ ਫੋਰਸ ਦੇ ਨਾਲ ਗਏ ਹਾਂ, ਪੀਰਾ ਦੇ ਨਾਲ, ਜਵਾਨਾਂ ਦੇ ਨਾਲ ਅਸੀਂ ਜਾ ਕੇ ਉੱਥੇ ਛਾਪਾ ਮਾਰਿਆ। ਉੱਥੋਂ ਜਾ ਕੇ ਸਾਨੂੰ ਨੌਨ ਕਸਟਮ ਪੇਡ ਅਸੀਂ ਫਿਰ ਸਿਗਟਾਂ ਫੜੀਆਂ ਨੇ। ਅੱਛਾ ਮੈਨੂੰ ਦੱਸੋ ਕਿ ਕਿੰਨੀ ਕਿ ਇਹਨਾਂ ਦੀ ਤਾਦਾਦ ਕਿੰਨੀ ਹੋਣੀ ਕਿਉਂਕਿ ਡੱਬੀਆਂ ਤਾਂ ਹੈਗੀਆਂ ਇੱਕ ਡੰਡੇ ਬਣੇ ਹੁੰਦੇ ਜਿੱਦਾਂ ਇੱਕ ਡੰਡਾ ਹੁੰਦੇ ਚ ਮੈਂ ਕੋਲ 10 15 ਡੱਬੀਆਂ ਹੁੰਦੀਆਂ, ਕਿੰਨੀਆਂ ਕਿ ਡੱਬੀਆਂ ਤਾਦਾਦ ਹੋਣੀ ਹੈ? ਦੇਖੋ ਜੀ ਇਹ ਕੋਈ ਡੱਬੀ ਅਗਰ ਅਸੀਂ ਇਹ ਡੱਬੀ ਹੈ ਕੋਈ 10 ਤੋਂ 15000 ਡੱਬੀ, ਠੀਕ ਹੈ, ਜਿਹਦੇ ਡੰਡਿਆਂ ਦੀ ਤਾਦਾਦ ਹੈ ਕੋਈ 500-600 ਡੰਡਾ ਹੋਣਾ ਹੈ, ਇਸ ਤੋਂ ਹੀ ਜ਼ਿਆਦਾ ਹੋਣਾ, 1000 ਤੁਸੀਂ ਡੰਡਾ ਕਹਿ ਲਿਓ ਕਿਉਂਕਿ ਇੱਕ ਡੰਡੇ ਦੇ ਵਿੱਚ 10 ਡੱਬੀਆਂ ਹੁੰਦੀਆਂ ਨੇ। ਉਸ ਹਿਸਾਬ ਨਾਲ ਹੈ ਕੋਈ 10 ਤੋਂ 15000 ਜਿਹਦੀ ਮਾਲੀਅਤ ਬਣਦੀ ਹੈ ਕੋਈ 50 ਲੱਖ ਉੱਤੇ। ਜਿਹੜੀ ਨੌਨ ਕਸਟਮ ਜਿਹੜੀ ਕੋਈ ਇਹਦਾ ਕਸਟਮ ਕਲੀਅਰੈਂਸ ਨਹੀਂ ਹੈ, ਇਹਦਾ ਪਾਕਿਸਤਾਨੀ ਹਕੂਮਤ ਨੂੰ ਜਾਂ ਗਵਰਨਮੈਂਟ ਆਫ ਪੰਜਾਬ ਨੂੰ ਇਹਦਾ ਕੋਈ ਟੈਕਸ ਵਗੈਰਾ ਨਹੀਂ ਜਾਂਦਾ, ਜਿਹਦੀ ਵਜ੍ਹਾ ਤੋਂ ਅਸੀਂ ਕਨਫਿਸਕੇਟ ਕੀਤਾ। ਹੋ ਦੱਸਿਓ ਕਿ ਇਹ ਜਿਹੜੀ ਤੁਸੀਂ ਕਾਰਵਾਈ ਕੀਤੀ ਇਹ ਕਿੱਥੋਂ ਤੁਸੀਂ ਇੰਨੀਆਂ ਵੱਡੀਆਂ ਸਿਗਟਾਂ ਚੁੱਕੀਆਂ ਕਿਉਂਕਿ ਬੜੀ ਵੱਡੀ ਮਕਦਾਰ ਦੇ ਵਿੱਚ ਤੁਸੀਂ ਇਹ ਫੜੀ, ਬੜੀ ਵੱਡੀ ਕਾਰਵਾਈ ਹੈ। ਇਹ ਦੇਖੋ ਜੀ ਇਹ ਮੁਖਤਲਿਫ ਏਰੀਆਜ਼ ਹਨ, ਕੋਈ ਸਪੈਸੀਫਿਕ ਏਰੀਆ ਨਹੀਂ ਹੈ ਕਿ ਕਿੱਥੋਂ ਇਹ ਫੜੀਆਂ ਹੋਣ ਇੱਕ ਹੀ ਜਗ੍ਹਾ ਤੋਂ। ਮੁਖਤਲਿਫ ਏਰੀਆਜ਼ ਤੋਂ ਅਸੀਂ ਇਹ ਕਾਰਵਾਈ ਕੀਤੀ ਆ ਜਿਹਦੇ ਸਤਿਆਣਾ ਰੋਡ ਹੋ ਗਿਆ, ਜਣਾ ਵਾਲਾ ਰੋਡ ਹੋ ਗਿਆ, ਸਰਗੋਦਾ ਰੋਡ ਹੋ ਗਿਆ, ਉੱਥੋਂ ਇਹ ਫੜੀਆਂ ਨੇ। ਮੁਖਤਲਿਫ ਏਰੀਆਜ਼ ਤੋਂ ਅਸੀਂ ਆਪਣੇ ਸਿਵਲ ਦੇ ਮੁੰਡੇ ਭੇਜ ਕੇ ਉਹਨਾਂ ਸਾਨੂੰ ਮੁਖਬਰੀ ਦਿੱਤੀ ਹੈ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਪੀਰਾ ਫੋਰਸ ਨੂੰ ਲੈ ਕੇ ਗਏ ਜਵਾਨਾਂ ਨਾਲ, ਉਹਦੀ ਮਦਦ ਨਾਲ ਅਸੀਂ ਇਹ ਫੜੀਆਂ ਨੇ।
ਅੱਛਾ, ਹੁਣ ਇਹਨਾਂ ਸਿਗਰਟਾਂ ਦਾ ਕੀ ਕੀਤਾ ਜਾਏ ਜਿਹੜੀ ਤੁਸੀਂ ਇੰਨੀ ਮਿਕਦਾਰ ਦੇ ਵਿੱਚ ਫੜੀਆਂ ਇਹਨਾਂ ਦਾ ਕੀ ਕੀਤਾ ਜਾਏਗਾ? ਦੇਖੋ ਜੀ, ਇਹ ਇਹਦੀ ਇੱਕ ਮਾਲੇ ਮਕਬੂਜ਼ ਕੀ ਬਣ ਕੇ ਸਰਕਾਰ ਦੇ ਖਾਤੇ ਜਮ੍ਹਾਂ ਹੋਏਗੀ। ਠੀਕ ਹੈ। ਅੱਛਾ, ਜਿਨ੍ਹਾਂ ਕੋ ਤੁਸੀਂ ਇਹ ਕਾਰਵਾਈ ਕੀਤੀ, ਜਿੱਥੋਂ ਤੁਸੀਂ ਲੈ ਕੇ ਆਏ ਜੀ, ਇਹ ਉਹਨਾਂ ਨੂੰ ਵਾਪਸ ਮਿਲ ਸਕਦੀਆਂ ਵਾ? ਅਗਰ ਮਿਲ ਸਕਦੀਆਂ ਤਾਂ ਕਿੰਜ ਮਿਲ ਸਕਦੀਆਂ ਜਾਂ ਨਹੀਂ ਮਿਲ ਸਕਦੀਆਂ? ਦੇਖੋ ਜੀ, ਅਗਰ ਤੁਸੀਂ ਕਹੋ ਕਿ ਵਾਪਸ ਮਿਲਣੀਆਂ ਨੇ, ਇਹਦਾ ਕੋਈ ਚੱਕਰ ਨਹੀਂ ਹੈ ਵਾਪਸੀ ਦਾ। ਇਹ ਹੁਣ ਅੱਗਾ ਅਸੀਂ ਸਰਕਾਰ ਨੂੰ ਜਮ੍ਹਾਂ ਕਰਾ ਦੇਣੀਆਂ ਨੇ, ਉਹ ਫਰਦਰ ਅੱਗਾ FPR ਕਸਟਮ ਵਗੈਰਾ ਨੂੰ ਦੇ ਦੇਣਗੇ, ਹੈਂਡਿੰਗ ਕਰ ਦੇਣਗੇ। ਜੀ ਸਰ, ਬਹੁਤ ਸ਼ੁਕਰੀਆ। ਲੋ, ਤੁਸੀਂ ਵੇਖਿਆ ਕਿ ਪੀਰਾ ਫੋਰਸ ਫੈਸਲਾਬਾਦ ਨੇ ਬੜੀ ਤਗੜੀ ਕਾਰਵਾਈ ਕੀਤੀ ਹੈ, ਜਿਹਦੇ ਵਿੱਚ ਨਾ 50 ਲੱਖ ਤੋਂ ਜ਼ਿਆਦਾ ਮਾਲੇ ਦੀਆਂ ਸਿਗਰਟਾਂ ਫੜੀਆਂ ਗਈਆਂ ਜਿਹੜੀਆਂ ਨਾਨ ਕਸਟਮ ਸੀਗੀਆਂ। ਇਹ ਮੁਖਤਲਿਫ ਜਿਹੜੇ ਕਿ ਪਾਨ ਸ਼ਾਪ ਆ, ਵੱਡੀਆਂ ਮਾਰਟ ਆ, ਉਹਨਾਂ ਤੇ ਸੇਲ ਹੁੰਦੀਆਂ ਪਈਆਂ ਸੀਗੀਆਂ। ਹੁਣ ਇਹ ਕਾਰਵਾਈ ਕੀਤੀ ਕਿਉਂਕਿ ਇਹ ਸਰਕਾਰ ਨੂੰ ਧੋਖਾ ਦਿੰਦੀ ਸੀ। ਸਰਕਾਰ ਜਿਹੜਾ ਟੈਕਸ ਆ ਉਹ ਨਹੀਂ ਸੀ ਦਿੰਦੇ ਪਏ, ਲੇਕਿਨ ਲੈ ਕੇ ਵੇਚੀ ਜਾਂਦੀ ਸੀ ਦੁਕਾਨਦਾਰਾਂ ਕੋਲ ਇਸ ਤਰ੍ਹਾਂ ਆਉਂਦੀਆਂ ਵਾ। ਔਰ ਇਹਨਾਂ ਨੇ ਪੂਰੀ ਰੈਕੀ ਲਾ ਕੇ ਇਹ ਵੱਡੀ ਕਾਰਵਾਈ ਕੀਤੀ, ਜਿਹਦੇ ਵਿੱਚ ਇਹਨਾਂ ਨੇ ਜਨਾਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸਿਗਰਟਾਂ ਦੀਆਂ ਡੱਬੀਆਂ ਵਾ ਇਹ ਬਰਾਮਦ ਕੀਤੀ।